ਦਾਖਲਾ ਦਾ ਆਨਲਾਈਨ ਪੋਰਟਲ ਜਿਹੜਾ ਵਾ ਉਹ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਤੇ ਉਹਦੇ ਵਿਰੋਧ ਦੇ ਵਿੱਚ ਪ੍ਰਾਈਵੇਟ ਸਕੂਲ ਅਤੇ ਪ੍ਰਾਈਵੇਟ ਕਾਲਜ ਜਿਹੜੇ ਨੇ ਉਹਨਾਂ ਦੇ ਅਧਿਆਪਕ ਜਿਹੜੇ ਨੇ ਹੁਣ ਉਹਦਾ ਵਿਰੋਧ ਕਰ ਰਹੇ ਨੇ। ਅਧਿਆਪਕ ਏਕਤਾ ਜ਼ਿੰਦਾਬਾਦ 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 ਵੀ ਵਾਂਟ ਜਸਟਿਸ 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 ਵੀ ਵਾਂਟ ਜਸਟਿਸ ਵੀ ਵਾਂਟ ਜਸਟਿਸ। ਤੁਸੀਂ ਮਹਿਸੂਸ ਕਰੋ ਜੇ ਤੁਸੀਂ ਐਜ ਏ ਟੀਚਰ ਹੋ ਤੁਹਾਨੂੰ ਕਹਿਤਾ ਗਿਆ ਵੀ ਤੁਹਾਡੀ 58 ਸਾਲ ਦੀ ਉਮਰ ਹੋ ਗਈ ਹੈ, ਹੁਣ ਤੁਸੀਂ ਆਪਣੇ ਘਰਾਂ ਨੂੰ ਜਾਓ ਤੇ ਤੁਹਾਨੂੰ ਕਿੰਨਾ ਦੁੱਖ ਲੱਗੇਗਾ ਜੀ। ਅਧਿਆਪਕ ਏਕਤਾ ਜ਼ਿੰਦਾਬਾਦ 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 ਅਧਿਆਪਕ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਪੰਜਾਬ ਸਰਕਾਰ ਹੋਸ਼ ਮੇਂ ਹੋ ਸਿੱਖਿਆ ਵਿਰੋਧੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਸੂਬਾ ਸਰਕਾਰ ਵੱਲੋਂ ਐਜੂਕੇਸ਼ਨ ਨੂੰ ਲੈ ਕੇ ਦਾਖਲਾ ਦਾ ਆਨਲਾਈਨ ਪੋਰਟਲ ਜਿਹੜਾ ਵਾ ਉਹ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਤੇ ਉਹਦੇ ਵਿਰੋਧ ਦੇ ਵਿੱਚ ਪ੍ਰਾਈਵੇਟ ਸਕੂਲ ਅਤੇ ਪ੍ਰਾਈਵੇਟ ਕਾਲਜ ਜਿਹੜੇ ਨੇ ਉਹਨਾਂ ਦੇ ਅਧਿਆਪਕ ਜਿਹੜੇ ਨੇ ਹੁਣ ਉਹਦਾ ਵਿਰੋਧ ਕਰ ਰਹੇ ਨੇ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕੁਝ ਅਧਿਆਪਕ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਕੀ ਨਾਮ ਹੈ? ਮੇਰਾ ਨਾਮ ਡਾਕਟਰ ਬੀਵੀ ਯਾਦਵ, ਮੈਂ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਜੂਨੀਅਰ ਅੰਮ੍ਰਿਤਸਰ ਯੂਨਿਟ। ਸਰ ਅੱਜ ਤੁਸੀਂ ਮੈਮੋਰੈਂਡਮ ਦੇ ਲਈ ਪਹੁੰਚੇ ਹੋ, ਕੀ ਮੁੱਦਾ ਹੈ ਤੇ ਕੀ ਤੁਹਾਡੀ ਮੰਗਾਂ ਨੇ? ਸਾਡੀਆਂ ਬੜੀਆਂ ਜੈਨੂਅਨ ਜਿਹੜੀਆਂ ਮੰਗਾਂ ਨੇ ਔਰ ਜਿਹੜਾ ਸਾਡਾ ਮੁੱਦਾ ਉਹ ਬਹੁਤ ਹੀ ਜ਼ਿਆਦਾ ਗੰਭੀਰ ਹੈ। ਪੰਜਾਬ ਸਰਕਾਰ ਨੇ ਸਾਡੀ 60 ਸਾਲ ਦੀ ਏਜ ਸੀ ਰਿਟਾਇਰਮੈਂਟ ਦੀ, ਉਹ ਘਟਾ ਕੇ 58 ਸਾਲ ਕਰ ਦਿੱਤੀ ਹੈ। ਔਰ ਦੂਸਰਾ ਉਹਨਾਂ ਨੇ ਈਮੇਲ ਪੋਰਟਲ ਤੇ ਜਿਹੜੀ ਐਡਮਿਸ਼ਨ ਕਰਨ ਜਾ ਰਹੇ ਨੇ। ਔਰ ਤੀਸਰਾ ਜਿਹੜਾ ਸਾਡੀ ਗ੍ਰਾਂਟ ਇਨ ਏਡ ਦੇ ਵਿੱਚ 95% ਗ੍ਰਾਂਟ ਮਿਲਦੀ, ਉੱਥੇ 25 ਦੇ ਨਾਲ ਸਾਨੂੰ ਜਿਹੜੀ ਗ੍ਰਾਂਟ ਨਵੇਂ ਜਿਹੜੇ ਭਰਤੀ ਕੀਤੇ ਉਹਨਾਂ ਨੂੰ ਦੇਣ ਜਾ ਰਹੀ ਹੈ। ਇਹ ਤਿੰਨ ਹੀ ਸਾਡੀਆਂ ਜਿਹੜੀਆਂ ਮੇਨ ਡਿਮਾਂਡਾਂ ਨੇ। ਸਰ ਜਿਵੇਂ ਸਰਕਾਰ ਵੱਲੋਂ ਕਿਹਾ ਗਿਆ ਵੀ ਐਜੂਕੇਸ਼ਨ ਨੂੰ ਲੈ ਕੇ ਅਸੀਂ ਬਹੁਤ ਵੱਡਾ ਜਿਹੜਾ ਉਪਰਾਲਾ ਕਰਨ ਜਾ ਰਹੇ ਹਾਂ ਤੇ ਹੋਰ ਵੀ ਜਿਹੜੇ ਵੱਡੇ ਵੱਡੇ ਕੰਮ ਉਹਨਾਂ ਵੱਲੋਂ ਜਿਵੇਂ ਦੱਸੇ ਜਾਂਦੇ ਨੇ, ਅਸੀਂ ਐਜੂਕੇਸ਼ਨ ਨੂੰ ਲੈ ਕੇ ਰੋਜ਼ਗਾਰ ਨੂੰ ਲੈ ਕੇ ਬੜੇ ਵੱਡੇ ਕਦਮ ਚੁੱਕ ਰਹੇ ਆ ਤੇ ਉਹਦੇ ਉੱਤੇ ਜਿਹੜੇ ਖਰੇ ਉਤਰਨ ਦੀ ਗੱਲ ਵੀ ਕਰਦੇ ਨੇ। ਪਰ ਹੁਣ ਤੁਹਾਨੂੰ ਕੀ ਲੱਗਦਾ ਕਿ ਜਿਹੜੀ 58 ਸਾਲ ਜਿਹੜੀ ਏਜ ਦੀ ਗੱਲ ਕਰਦੇ ਉਹਦੇ ਵਿੱਚ ਨੁਕਸਾਨ ਕੀ ਹੈ? ਸਰ ਇਹ 'ਚ ਸਿੱਧਾ ਟੀਚਰ ਨੂੰ ਨੁਕਸਾਨ ਹੈ। ਜਿਹੜੇ ਹੁਣ 58 ਸਾਲ ਦੀ ਏਜ 'ਚ ਹੋ ਗਏ ਨੇ ਉਹਨਾਂ ਨੂੰ ਇਮੀਡੀਏਟਲੀ ਕਹਿਤਾ ਤੁਸੀਂ ਆਪਣੇ ਘਰਾਂ ਨੂੰ ਚਲੇ ਜਾਓ ਜੀ, ਤੁਹਾਡੀ ਜਿਹੜੀ ਰਿਟਾਇਰਮੈਂਟ ਏਜ ਜਿਹੜੀ ਆ ਗਈ ਆ। ਔਰ ਉਹ ਟੀਚਰ ਕਿੱਥੇ ਜਾਏਗਾ ਜਿਹੜੇ 2 ਸਾਲ ਜੀ? ਆਲਰੇਡੀ ਜਿਹੜੇ ਪੁਰਾਣੇ ਟੀਚਰ ਜਿਹੜੇ ਰਿਟਾਇਰ ਹੋਏ ਸੀ ਉਹਨਾਂ ਦੀ 60 ਸਾਲ ਹੀ ਹੈ। ਜਿੰਨੇ ਵੀ ਟੀਚਰ ਨੇ ਕੰਮ ਕੀਤਾ ਗਵਰਨਮੈਂਟ ਏਡਡ ਕਾਲਜਾਂ 'ਚ ਉਹਨਾਂ ਦੀ 60 ਸਾਲ ਦੀ ਰਿਟਾਇਰਮੈਂਟ ਹੈ। ਪਰ ਐਟ ਏ ਟਾਈਮ ਤੁਸੀਂ ਮਹਿਸੂਸ ਕਰੋ ਜੇ ਤੁਸੀਂ ਐਜ ਏ ਟੀਚਰ ਹੋ ਤੁਹਾਨੂੰ ਕਹਿਤਾ ਗਿਆ ਵੀ ਤੁਹਾਡੀ 58 ਸਾਲ ਦੀ ਉਮਰ ਹੋ ਗਈ ਹੈ, ਹੁਣ ਤੁਸੀਂ ਆਪਣੇ ਘਰਾਂ ਨੂੰ ਜਾਓ ਤੇ ਤੁਹਾਨੂੰ ਕਿੰਨਾ ਦੁੱਖ ਲੱਗੇਗਾ ਜੀ। ਮੇਰਾ ਸਵਾਲ ਹੈ ਕਿ ਨੁਕਸਾਨ ਕੀ ਹੈ? ਸਰ ਨੁਕਸਾਨ ਇਹਦੇ ਨਾਲ ਬੱਚਿਆਂ ਦਾ ਬਹੁਤ ਵੱਡਾ ਨੁਕਸਾਨ ਹੈ। ਜੋ 58 ਸਾਲ 'ਚ ਰਿਟਾਇਰ ਕਰ ਦੇਣਗੇ ਬੱਚਿਆਂ ਨਾਲ ਕਾਲਜ 'ਚ ਅੱਗੇ ਉਹ ਟੀਚਰ ਭਰਤੀ ਨਹੀਂ ਕਰਨ ਦੇ। ਜੇ ਹੁਣ ਇਹ ਰਿਟਾਇਰ ਕਰ ਦੇਣ ਟੀਚਰ ਭਰਤੀ ਨਹੀਂ ਹੋਣਗੇ, ਇਹਦਾ ਡਾਇਰੈਕਟ ਨੁਕਸਾਨ ਜਿਹੜੇ ਸਟੂਡੈਂਟਸ ਨੂੰ ਹੋਏਗਾ ਜੀ। ਸਰ ਦੇਖਿਆ ਜਾਵੇ ਤਾਂ 2 ਸਾਲ ਦੀ ਜਿਹੜੀ ਜਿਵੇਂ ਹੁਣ ਐਵਰੇਜ ਹੈ, ਠੀਕ ਹੈ, ਉਹਨਾਂ ਨੂੰ ਰੋਕ ਕੇ ਤੇ 58 ਸਾਲ ਜਿਹੜੀ ਕਰ ਦਿੱਤੀ ਗਈ ਹੈ 60 ਸਾਲ ਤੋਂ, ਤਾਂ ਇਹਦੇ ਵਿੱਚ ਸਗੋਂ ਫਾਇਦਾ ਹੀ ਹੈ ਅਗਰ ਦੇਖਿਆ ਜਾਵੇ ਤਾਂ ਅਧਿਆਪਕਾਂ ਨੂੰ ਕਿ 2 ਸਾਲ ਉਹਨਾਂ ਦੇ ਹੁਣ ਬਚ ਰਿਹਾ ਕਿ ਸੇਵਾ ਕਰਨ। ਨਹੀਂ ਜੀ, ਇਹ ਕੋਈ ਫਾਇਦੇ ਵਾਲੀ ਗੱਲ ਨਹੀਂ ਹੈ, ਬਹੁਤ ਵੱਡੀ ਨੁਕਸਾਨ ਵਾਲੀ ਗੱਲ ਹੈ। ਟੀਚਰਾਂ ਦਾ ਘੱਟੋ ਘੱਟ 50 ਲੱਖ ਰੁਪਏ ਦਾ ਜਿਹੜਾ ਲਾਸ ਹੈ ਇੱਕ ਟੀਚਰ ਨੂੰ ਜੀ ਇਹਦੇ ਵਿੱਚ। ਸਾਡੇ ਨਾਲ ਹੋਰ ਵੀ ਟੀਚਰ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ ਮੈਮ, ਆਪਣਾ ਨਾਮ ਤੇ ਡੈਜਿਗਨੇਸ਼ਨ। ਮੇਰਾ ਨਾਮ ਡਾਕਟਰ ਸੀਮਾ ਜੇਤਲੀ, ਮੈਂ BBK DAV ਕਾਲਜ ਆ, ਮੈਂ ਸਟੇਟ ਵਿਮਨ ਵਿੰਗ ਦੀ ਕਨਵੀਨਰ ਹੈਗੀ ਆ ਜੀ। ਅੱਜ ਜਿਹੜਾ ਮੈਮੋਰੈਂਡਮ ਲੈ ਕੇ ਤੁਸੀਂ ਪਹੁੰਚੇ ਹੋ ਤੇ ਜਿਹੜੀ ਏਜ ਨੂੰ ਲੈ ਕੇ ਕੀ ਨੁਕਸਾਨ ਨੇ ਤੇ ਜਿਹੜੇ ਕਾਲਜਸ ਨੇ ਕਿਸ ਤਰ੍ਹਾਂ ਪ੍ਰਭਾਵਿਤ ਹੋਣਗੇ ਜੇਕਰ ਹੁਣ ਤੁਸੀਂ ਅਗਰ ਇਦਾਂ ਧਰਨੇ ਵਗੈਰਾ ਦੀ ਜਿਹੜੀ ਗੱਲ ਕਰਦੇ ਹੋ? ਦੇਖੋ ਜੀ, ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਜਿਹੜੇ ਨਾਨ ਏਡਡ ਕਾਲਜਸ ਵਿੱਚ ਕੰਮ ਕਰ ਰਹੇ ਹਾਂ ਉਹਨਾਂ ਦੀ ਪੈਨਸ਼ਨ ਨਹੀਂ ਹੈਗੀ। ਅਸੀਂ 60 ਸਾਲ ਸਾਡੀ ਐਟ ਦ ਟਾਈਮ ਆਫ ਅਪਾਇੰਟਮੈਂਟ ਜਿਹੜੀ ਸਾਨੂੰ ਚਿੱਠੀ ਮਿਲਦੀ ਹੈ ਉਹਦੇ ਵਿੱਚ ਸਾਡੀ ਜਿਹੜੀ ਏਜ ਆਫ ਰਿਟਾਇਰਮੈਂਟ ਹੈ ਉਹ 60 ਸਾਲ ਹੈ। ਸਡਨਲੀ ਅਚਾਨਕ ਜਦੋਂ ਤੁਹਾਡੇ ਸਾਹਮਣੇ ਆ ਜਾਂਦਾ ਹੈ ਵੀ ਤੁਹਾਨੂੰ 2 ਸਾਲ ਪਹਿਲੇ ਰਿਟਾਇਰ ਕਰ ਦਿੰਦਾ ਹੈ, ਕਈ ਲੋਕ ਤੇ ਸ਼ੌਕ ਦੇ ਨਾਲ ਬਿਮਾਰ ਹੋ ਜਾਣਗੇ ਔਰ ਹੋ ਵੀ ਗਏ ਹੈ। ਇੱਕ ਸਾਡੇ ਕੋਈ ਟੀਚਰ ਹੈ ਜਿਹੜੇ DMC ਵਿੱਚ ਹਸਪੀਟਲ ਵਿੱਚ ਐਡਮਿਟਡ ਨੇ। ਸੋ ਇਹ ਜਿਹੜੀ ਚੀਜ਼ ਹੈ ਅਸੀਂ ਤੇ ਰਾਦਰ ਚਾਹੁੰਦੇ ਹਾਂ ਸਾਨੂੰ ਪੈਨਸ਼ਨ ਦਿੱਤੀ ਜਾਏ। ਸਾਡੀ ਸੋਸ਼ਲ ਸਿਕਿਉਰਿਟੀ ਸਰਕਾਰ ਦਾ ਰਾਈਟ ਹੈ। ਅਸੀਂ ਸਾਰੀ ਉਮਰ 33% ਟੈਕਸ ਪੇ ਕਰਦੇ ਹਾਂ, ਲੇਕਿਨ ਉਹਦੇ ਬਦਲੇ 'ਚ ਸਾਨੂੰ ਕੁਝ ਨਹੀਂ ਮਿਲਦਾ। ਸਾਡੀ ਕੋਈ ਸੋਸ਼ਲ ਸਿਕਿਉਰਿਟੀ ਨਹੀਂ ਹੈ, ਸਾਡੀ ਕੋਈ ਮੈਡੀਕਲ ਇੰਸ਼ੋਰੈਂਸ ਨਹੀਂ ਹੈ ਸਰਕਾਰ ਵੱਲੋਂ। ਉਲਟਾ ਜਿਹੜੀ ਸਾਡੀ 2 ਸਾਲ ਦੀ ਨੌਕਰੀ ਹੈ ਉਹ ਵੀ ਇਹ ਖਤਮ ਕਰ ਰਹੇ ਹੈ। ਇਹ ਟੀਚਰਸ ਵਾਸਤੇ ਇੱਕ ਬਹੁਤ ਵੱਡਾ ਮੁੱਦਾ ਹੈ। ਲੱਗਦਾ ਨਹੀਂ ਕਿ ਜਿਹੜੇ ਕਾਲਜ ਨੂੰ ਜਿਹੜੀ ਬੰਦ ਕਰਕੇ ਅੱਜ ਜਿਵੇਂ ਤੁਹਾਡੇ ਪਿੱਛੇ ਐਲਾਨ ਵੀ ਕੀਤਾ ਗਿਆ ਸੀ ਕਿ ਵੀ 18 ਤਰੀਕ ਨੂੰ ਬੰਦ ਕੀਤਾ ਜਾਏਗਾ ਤੇ ਅਗਰ ਜੇਕਰ ਮੰਗਾਂ ਨਾ ਮੰਗੇ ਤਾਂ ਮੁਕੰਮਲ ਤੌਰ ਤੇ ਵੀ ਬੰਦ ਕੀਤਾ ਜਾਏਗਾ, ਤੇ ਇਹਦੇ ਨਾਲ ਐਜੂਕੇਸ਼ਨ ਨੂੰ ਕਿੰਨਾ ਵੱਡਾ ਝਟਕਾ ਲੱਗੇਗਾ ਤੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਏਗਾ? ਇਹ ਜਿਹੜੀ ਸਾਰੀ ਰਿਸਪੌਂਸਿਬਿਲਿਟੀ ਹੈ ਇਹ ਪੰਜਾਬ ਸਰਕਾਰ ਦੀ ਹੈ।
ਬੱਚਿਆਂ ਦਾ ਨੁਕਸਾਨ ਟੀਚਰ ਨਹੀਂ ਕਰਦੇ, ਸਰਕਾਰਾਂ ਕਰਦੀਆਂ, ਜਿਹੜੀਆਂ ਕਿ ਸਾਡੀਆਂ ਬੜੀਆਂ ਜੈਨੂਇਨ ਤੇ ਕਨਸਟੀਟਿਊਸ਼ਨਲ ਡਿਮਾਂਡਸ ਹੁੰਦੀਆਂ, ਉਹਨਾਂ ਨੂੰ ਡਿਲੇ ਕਰਨਾ, ਉਹਨਾਂ ਦੇ ਵਿੱਚ ਪ੍ਰੋਬਲਮਸ ਕ੍ਰੀਏਟ ਕਰਨਾ। ਹੁਣ ਇਹ ਸਰਕਾਰ ਨੂੰ ਕਰਨਾ ਹੀ ਨਹੀਂ ਚਾਹੀਦਾ ਸੀ। ਜਦੋਂ ਅਸੀਂ ਲੋਕ ਅੱਜ ਤੋਂ 30 ਸਾਲ ਪਹਿਲੇ ਨੌਕਰੀ 'ਚ ਆਏ ਹਾਂ ਤੇ ਸਾਨੂੰ ਪਤਾ ਹੈ ਅਸੀਂ 60 ਸਾਲ ਤੇ ਰਿਟਾਇਰ ਹੋਣਾ ਹੈ, ਤੇ ਇਹ ਕਿਉਂ ਕੀਤਾ ਗਿਆ? ਇਸ ਤੋਂ ਬਾਅਦ ਮੈਨੇਜਮੈਂਟਸ ਜਿਹੜੀਆਂ ਫੈਡਰੇਸ਼ਨਸ ਹੈਗੀਆਂ ਉਹ 65 ਸਾਲ ਦੀ ਡਿਮਾਂਡ ਕਰ ਰਹੀਆਂ, ਕਿਉਂਕਿ ਜਿਹੜੀ ਸਾਡੀ ਹਾਇਰ ਬਾਡੀ ਹੈ UGC ਉਹ ਕਹਿੰਦੀ ਹੈ ਇੱਕ ਟੀਚਰ ਦੀ ਏਜ ਆਫ ਰਿਟਾਇਰਮੈਂਟ 65 ਸਾਲ ਹੋਣੀ ਚਾਹੀਦੀ ਹੈ। ਉਹਨਾਂ ਨੇ ਸਾਡੇ ਐਕਸਪੀਰੀਅੰਸ ਦਾ ਫਾਇਦਾ ਉਠਾਉਣਾ ਹੈ। ਅੱਗੋਂ ਨਾ ਮੈਨੇਜਮੈਂਟਸ ਕੋਲ ਪੈਸਾ ਹੈ, ਨਾ ਕਾਲਜਸ ਕੋਲ ਪੈਸਾ ਹੈ, ਉਹਨਾਂ ਕੋਲ ਐਕਸਪੀਰੀਅੰਸ ਟੀਚਰਸ ਦੀ ਭਰਤੀ ਨਹੀਂ ਹੋਏਗੀ, ਔਰ ਕਾਲਜਸ ਦੇ ਵਿੱਚ ਐਡਹੌਕਿਜ਼ਮ ਆ ਰਿਹਾ ਹੈ, ਠੇਕੇ ਤੇ ਟੀਚਰ ਰੱਖੇ ਜਾ ਰਹੇ ਹਨ ਜਿਨ੍ਹਾਂ ਦੀ ਕੋਈ ਰਿਸਪੌਂਸਿਬਿਲਿਟੀ ਨਹੀਂ ਹੁੰਦੀ। ਸੋ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇਹ ਸਾਰਾ ਜਿਹੜਾ ਨੁਕਸਾਨ ਹੈਗਾ ਇਹ ਸਟੂਡੈਂਟਸ ਦਾ ਕੀਤਾ ਜਾਂਦਾ ਹੈ ਔਰ ਰਿਸਪੌਂਸਿਬਿਲਿਟੀ ਸਰਕਾਰਾਂ ਦੀ। ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਵੇਂ ਅਗਰ ਇੰਨਾ ਵੱਡਾ ਨੁਕਸਾਨ ਜਿਹੜਾ ਹੈ ਸਿੱਖਿਆ ਪੱਧਰ ਨੂੰ ਲੈ ਕੇ ਹੋਏਗਾ, ਸਰਕਾਰਾਂ ਦੀ ਕੀ ਮਨਸ਼ਾ ਲੱਗਦੀ ਹੈ ਕਿ ਜੇਕਰ ਸਰਕਾਰਾਂ ਇਸ ਤਰ੍ਹਾਂ ਦੇ ਜਿਹੜੀਆਂ ਪਾਲਿਸੀਜ਼ ਲੈ ਕੇ ਆ ਰਹੀਆਂ ਨੇ ਇਹ ਸਟੂਡੈਂਟ ਨੂੰ ਲੈ ਕੇ ਜਾਂ ਐਡਮਿਸ਼ਨਸ ਨੂੰ ਲੈ ਕੇ, ਅਧਿਆਪਕਾਂ ਦੇ ਖਿਲਾਫ ਤੇ ਜਾਂ ਹੋਰ ਜਿਵੇਂ ਕਿਸਾਨ ਵੀ ਆਪਣੇ ਮੰਗਾਂ ਨੂੰ ਲੈ ਕੇ ਬੈਠੇ ਨੇ, ਕੀ ਲੱਗਦੀ ਮਨਸ਼ਾ ਕੀ ਹੈ? ਦੇਖੋ, ਜਿੱਥੋਂ ਤੱਕ ਆਪ ਗਵਰਨਮੈਂਟ ਆ, ਜਿਸ ਤਰ੍ਹਾਂ ਇਹ ਦਿੱਲੀ ਦੇ ਵਿੱਚ ਕੰਮ ਚਲਾ ਰਹੇ ਸੀਗੇ, ਉਸੇ ਮਾਡਲ ਨੂੰ ਲੈ ਕੇ ਇਹ ਪੰਜਾਬ ਦੇ ਵਿੱਚ ਆਏ ਸੀ। ਉਹਦੇ 'ਚ ਮੇਨ ਦੋ ਹੀ ਮਾਡਲ ਸੀਗੇ, ਇੱਕ ਹੈਲਥ ਦਾ ਤੇ ਇੱਕ ਐਜੂਕੇਸ਼ਨ ਦਾ, ਕਿ ਅਸੀਂ ਹੈਲਥ ਬਹੁਤ ਇੰਪਰੂਵ ਕਰਤੀ, ਮਹੱਲਾ ਕਲੀਨਿਕਾਂ ਬਣਾ ਲਈਆਂ, ਐਜੂਕੇਸ਼ਨ ਅਸੀਂ ਬਹੁਤ ਇੰਪਰੂਵ ਕਰ ਦਿੱਤੀ ਹੈ, ਐਜੂਕੇਸ਼ਨ ਸਕੂਲਾਂ ਨੂੰ ਮਾਡਲ ਬਣਾ ਰਹੇ ਆ। ਪਰ ਅਨਫੋਰਚੂਨੇਟਲੀ ਅਸੀਂ ਕਿਉਂਕਿ ਸਟੇਕ ਹੋਲਡਰ ਹਾਂ, ਸਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹਾਇਰ ਐਜੂਕੇਸ਼ਨ ਹੈ ਜਿਹੜੀ ਉਹਨੂੰ ਉੱਪਰ ਚੱਕਣ ਦਾ ਕੀ ਤਰੀਕਾ ਹੈ। ਜੇ ਤੁਸੀਂ ਸਟੇਕ ਹੋਲਡਰ ਜਿਹੜੇ ਲੋਕ ਆ ਉਹਨਾਂ ਨੂੰ ਕੌਨਫੀਡੈਂਸ 'ਚ ਲਏ ਤੋਂ ਬਿਨਾਂ ਹੀ ਕੋਈ ਪਾਲਿਸੀ ਬਣਾਓਗੇ ਤਾਂ ਉਹ ਪਾਲਿਸੀ ਕਦੇ ਕਾਮਯਾਬ ਨਹੀਂ ਹੋ ਸਕਦੀ। ਔਰ ਇਸੇ ਪਾਲਿਸੀ ਦੇ ਅਧੀਨ ਜਿਸ ਤਰ੍ਹਾਂ ਹੁਣੇ ਮੈਮ ਜੀ ਹੋਰਾਂ ਨੇ ਗੱਲ ਕੀਤੀ ਹੈ ਕਿ ਸਾਡੀ ਜਿਹੜੀ ਏਜ ਆਫ ਰਿਟਾਇਰਮੈਂਟ ਹੈ ਨੌਨ ਗਵਰਨਮੈਂਟ ਏਡਡ ਕਾਲਜਾਂ ਦੀ, ਇਹ 44 ਸਾਲ ਪੁਰਾਣਾ 1978 ਦਾ ਐਕਟ ਹੈ। ਐਕਟ ਦੇ ਵਿੱਚ ਲਿਖਿਆ ਹੋਇਆ ਕਿ 60 ਸਾਲ ਤੱਕ ਹੈ ਜਿਹੜੀ ਗ੍ਰਾਂਟ ਦਿੱਤੀ ਜਾਵੇਗੀ। ਔਰ ਇਸ ਦੇ ਨਾਲ ਨਾਲ ਯੂਨੀਵਰਸਿਟੀ ਦੇ ਤਿੰਨੋਂ ਕੈਲੰਡਰ ਆ ਜਿਹੜੇ ਉਹਨਾਂ ਦੇ ਵਿੱਚ ਲਿਖਿਆ ਹੋਇਆ ਕਿ ਇਹਨਾਂ ਦੀ ਏਜ 60 ਸਾਲ ਹੈ ਕਿਉਂਕਿ ਇਹਨਾਂ ਦੀ ਪੈਨਸ਼ਨ ਨਹੀਂ ਹੈ। ਦੂਸਰੇ ਪਾਸੇ ਗਵਰਨਮੈਂਟ ਕਾਲਜਾਂ ਦੇ ਵਿੱਚ 58 ਕਿਉਂਕਿ ਉਹਨਾਂ ਨੂੰ ਪੈਨਸ਼ਨ ਮਿਲਦੀ ਹੈ, ਸਾਨੂੰ ਤਾਂ ਬਿਲਕੁਲ 1 ਰੁਪਈਆ ਪੈਨਸ਼ਨ ਨਹੀਂ ਮਿਲਦੀ ਗੀ। ਲੇਕਿਨ ਇਸ ਵੇਲੇ ਸਰਕਾਰ ਨੇ ਸ਼ੈਤਾਨੀ ਦੇ ਨਾਲ ਸਾਡੇ 7th ਪੇ ਕਮਿਸ਼ਨ ਦੇ ਵਿੱਚ 13(2) ਦੇ ਕਲੌਜ਼ ਹੈ ਜਿਹੜੀ, ਉਹਦੇ 'ਚ ਇੱਕ ਛੋਟਾ ਜਿਹਾ ਮਤਲਬ ਨੁਕਤਾ ਪਾ ਕੇ ਇਹ ਕਹਿ ਦਿੱਤਾ ਕਿ ਇਹਨਾਂ ਦੀ ਜਿਹੜੀ ਏਜ ਆਫ ਰਿਟਾਇਰਮੈਂਟ ਹੈ ਐਜ਼ ਪਰ ਗਵਰਨਮੈਂਟ EMPLOYE ਹੋਏਗੀ। ਔਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਸਰਕਾਰ ਚਾਹੁੰਦੀ ਹੋਏਗੀ ਸ਼ਾਇਦ ਇਹਦੇ ਨਾਲ ਥੋੜ੍ਹੇ ਬਹੁਤੇ ਪੈਸੇ ਬਚਾ ਲਏ ਜਾਣ ਕਿ ਟੀਚਰਾਂ ਨੂੰ ਜਲਦੀ ਰਿਟਾਇਰ ਕੀਤਾ ਜਾਵੇ। ਚਲੋ ਠੀਕ ਆ, ਤੁਸੀਂ ਪੈਸੇ ਬਚਾ ਲਓ, ਟੀਚਰਾਂ ਨੂੰ ਰਿਟਾਇਰ ਕਰ ਦਿਓ, ਫਿਰ ਟੀਚਰ ਨਵੇਂ ਰੱਖੋ ਕਿ ਕਾਲਜ ਬੰਦ ਕਰਨੇ ਆ ਤੁਸੀਂ। ਸਰਕਾਰਾਂ ਵੱਲੋਂ ਤਾਂ ਫਿਰ ਵੀ ਕਿਹਾ ਜਾ ਰਿਹਾ ਵੀ ਅਸੀਂ ਜਿਹੜੇ ਰੋਜ਼ਗਾਰ ਦੇ ਰਹੇ ਹਾਂ ਤੇ ਅਸੀਂ ਹੋਰ ਭਰਤੀਆਂ ਕਰ ਰਹੇ, ਜਿਹੜੀ ਖਾਲੀ ਸਾਮੀਆਂ ਪਈਆਂ ਨੇ ਉਹਨਾਂ ਨੂੰ ਵੀ ਭਰ ਰਹੇ ਹਾਂ। ਨਹੀਂ ਜੀ, ਬਿਲਕੁਲ। ਪੰਜਾਬ ਦੇ ਵਿੱਚ 2004 ਦਾ ਬੈਨ ਲੱਗਾ, ਇਹ ਨੌਨ ਗਵਰਨਮੈਂਟ ਏਡਡ ਕਾਲਜ ਦੇ ਵਿੱਚ ਕੋਈ ਪੋਸਟ ਨਹੀਂ ਭਰੀ। ਇੱਕ ਅਸੀਂ PIL ਪਾਈ ਸੀ, ਸਾਡੇ ਜਿਹਨੂੰ ਆਪਾਂ ਕਹਿੰਦੇ ਐਕਸ ਪ੍ਰੈਜ਼ੀਡੈਂਟ ਡਾਕਟਰ ਜਗਵੰਤ ਜੀ ਹੋਰਾਂ ਨੇ, ਉਸ PIL ਦੇ ਅਗੇਂਸਟ ਸਾਨੂੰ 1925 ਪੋਸਟਾਂ ਸਰਕਾਰ ਤੋਂ ਅਸੀਂ ਕੋਰਟ ਰਾਹੀਂ ਲਈਆਂ। ਔਰ ਉਹਦੇ 'ਚ ਵੀ ਉਸ ਸਮੇਂ ਦੀ ਸਰਕਾਰ ਨੇ ਚਲਾਕੀ ਕੀਤੀ ਕਿ ਜਿਹੜੀ ਰਿਟਾਇਰਮੈਂਟ ਏਜ ਹੈ ਜਿਹੜੀ ਗ੍ਰਾਂਟ ਐਂਡ ਏਡ ਦੀ ਪਾਲਿਸੀ ਸੀ 95% ਦੀ, ਉਹਨੂੰ ਚੇਂਜ ਕਰਕੇ 75-25 ਕਰ ਦਿੱਤਾ। ਉਹ ਵੀ ਇੱਕ ਬਹੁਤ ਵੱਡਾ ਝਟਕਾ ਕਿਉਂਕਿ ਪ੍ਰਾਈਵੇਟ ਮੈਨੇਜਮੈਂਟਾਂ ਦਾ 5% ਨਹੀਂ ਪਾ ਰਹੀਆਂ ਤੇ ਉਹ 25% ਕਿੱਥੋਂ ਪਾਉਣਗੀਆਂ। ਇਹ ਤਾਂ ਐਜੂਕੇਸ਼ਨ ਨੂੰ ਫੇਲ ਕਰਨ ਦਾ ਤਰੀਕਾ ਹੈ। ਔਰ ਇਸੇ ਕਰਕੇ ਅਸੀਂ ਡਿਮਾਂਡ ਕਰਦੇ ਹਾਂ ਕਿ ਇੱਕ ਤਾਂ ਏਜ ਆਫ ਰਿਟਾਇਰਮੈਂਟ ਸਾਡੀ ਰਿਸਟੋਰ ਕੀਤੀ ਜਾਵੇ ਜਿਹੜੀ ਕਿ ਬਿਲਕੁਲ ਜਸਟੀਫਾਈਡ ਹੈ, ਇਹਨੂੰ ਇਸ ਤਰ੍ਹਾਂ ਇਹ ਘੱਟ ਕਰ ਹੀ ਨਹੀਂ ਸਕਦੇਗੇ ਕਿਉਂਕਿ ਐਕਟ ਦਾ ਪਾਰਟ ਹੈ। ਦੂਸਰਾ ਜਿਹੜੀ 75-25 ਦੀ ਸਕੀਮ ਉਹਨੂੰ ਖਤਮ ਕਰਕੇ 95% ਹੈ ਜਿਹੜਾ ਰਿਸਟੋਰ ਕੀਤਾ ਜਾਵੇ। ਔਰ ਤੀਸਰਾ ਜਿਹੜੀ ਆਨਲਾਈਨ ਪੋਰਟਲ ਦੀ ਐਡਮਿਸ਼ਨ ਹੈ ਇਹਦੀ ਪੰਜਾਬ 'ਚ ਇਸ ਵੇਲੇ ਕੋਈ ਲੋੜ ਨਹੀਂ ਹੈ, ਇਹ ਬਿਲਕੁਲ ਨਜਾਇਜ਼ ਹੈ। ਇਹਦੇ ਨਾਲ ਬੱਚੇ ਤੇ ਪੇਰੈਂਟਸ ਹਰਾਸ ਹੋਣਗੇ, ਇਹਨਾਂ ਨੂੰ ਵਾਪਸ ਲਿਆ ਜਾਵੇ। ਜੇਕਰ ਸਰਕਾਰ ਇਹਨਾਂ ਡਿਮਾਂਡ ਦੇ ਉੱਪਰ ਸਾਡੇ ਗੌਰ ਨਹੀਂ ਕਰੇਗੀ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਔਰ ਜੇਕਰ ਸਿੱਖਿਆ ਦਾ ਨੁਕਸਾਨ ਹੋਏਗਾ, ਬੱਚਿਆਂ ਦਾ ਨੁਕਸਾਨ ਹੋਏਗਾ ਤਾਂ ਉਹਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਭਗਵੰਤ ਮਾਨ ਸਰਕਾਰ ਦੀ ਹੋਵੇਗੀ। ਇਹ ਸਨ ਪ੍ਰਾਈਵੇਟ ਕਾਲਜਸ ਦੇ ਅਧਿਆਪਕ ਜਿਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਅੱਜ ਉਹ ਮੈਮੋਰੈਂਡਮ ਦੇਣ ਪਹੁੰਚੇ ਹਨ ਅਤੇ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਗਈ ਕਿ ਪੰਜਾਬ ਸਰਕਾਰ ਦਾ ਜਿਹੜਾ ਅੜੀਅਲ ਰਵੱਈਆ ਹੈਗਾ ਹੈ, ਜੇਕਰ ਉਹ ਆਪਣਾ ਅੜੀਅਲ ਰਵੱਈਆ ਨਹੀਂ ਛੱਡਦੀ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਊਗਾ ਤੇ ਜੋ ਵੀ ਇਸ ਸੰਘਰਸ਼ ਦੇ ਵਿੱਚ ਨੁਕਸਾਨ ਹੋਏਗਾ ਜੋ ਕਿ ਸਟੂਡੈਂਟ ਨੂੰ ਲੈ ਕੇ ਪੜ੍ਹਾਈ ਨੂੰ ਲੈ ਕੇ, ਉਹ ਸਾਰਾ ਉਹਦਾ ਜ਼ਿੰਮਾ ਪੰਜਾਬ ਸਰਕਾਰ ਦਾ ਹੋਏਗਾ। ਅੱਜ ਜਿਹੜਾ ਇੱਕ ਮੰਗ ਪੱਤਰ ਨੌਨ ਗਵਰਨਮੈਂਟ ਏਡਡ ਕਾਲਜਸ ਮੈਨੇਜਮੈਂਟ ਫੈਡਰੇਸ਼ਨ ਪੰਜਾਬ ਐਂਡ ਚੰਡੀਗੜ੍ਹ ਵੱਲੋਂ ਦਿੱਤਾ ਗਿਆ। ਬੇਸਿਕਲੀ ਅੱਜ ਇਹਨਾਂ ਨੇ 3 ਮੰਗਾਂ ਜਿਹੜੀਆਂ ਹੈਗੀਆਂ ਸਰਕਾਰ ਕੋਲੋਂ ਮੰਗ ਕੀਤੀ ਹੈ।
ਇੱਕ ਤੇ ਜਿਹੜਾ ਸਰਕਾਰ ਨੇ ਰੀਸੈਂਟ ਨੋਟੀਫਿਕੇਸ਼ਨ ਕੀਤਾ ਹੈਗਾ ਕਿ ਜਿਹੜੀ ਇਹਨਾਂ ਦੀ ਡੇਟ ਆਫ ਰਿਟਾਇਰਮੈਂਟ ਹੈ ਏਜ ਜਿਹੜੀ ਉਹ 58 ਸਾਲ ਕਰਦੀ ਹੈ, ਉਹਨਾਂ ਨੂੰ ਲੈ ਕੇ ਵੀ ਇਹਨਾਂ ਦਾ ਰਿਜ਼ੈਂਟਮੈਂਟ ਹੈ। ਦੂਸਰਾ ਇਹਨਾਂ ਦਾ ਇਸ਼ੂ ਹੈਗਾ ਕਿ ਜਿਹੜਾ ਗ੍ਰਾਂਟ ਇਨ ਏਡ ਜਿਹੜਾ ਹੈਗਾ ਓਰੀਜਨਲੀ ਇਟ ਵਾਸ 95% ਤੇ ਇਹਨਾਂ ਦੀ ਮੰਗ ਹੈ ਕਿ ਇਹਨੂੰ ਰੀਸਟੋਰ ਕੀਤਾ ਜਾਏ, ਜਿਹੜਾ ਸਰਕਾਰ ਨੇ ਸ਼ਾਇਦ ਹੁਣ 75 ਤੇ 25% ਕੀਤਾ ਹੈਗਾ। ਤੀਸਰਾ ਇਹਨਾਂ ਦਾ ਹੈਗਾ ਕਿ ਜਿਹੜਾ ਆਨਲਾਈਨ ਐਡਮਿਸ਼ਨ ਬੱਚਿਆਂ ਦਾ ਕੀਤਾ ਜਾ ਰਿਹਾ ਹੈ ਉਹਦੇ ਬਾਰੇ ਵੀ ਇਹਨਾਂ ਦਾ ਡਿਸਐਗਰੀਮੈਂਟ ਹੈ। ਸੋ ਇਹ ਤਿੰਨੋਂ ਮੰਗਾਂ ਇਹਨਾਂ ਦੀਆਂ ਜਿਹੜੀਆਂ ਪ੍ਰਾਪਤ ਹੋਈਆਂ ਨੇ, ਸੋ ਇਹ ਜਿਹੜਾ ਹੈਗਾ ਮੰਗ ਪੱਤਰ ਸਾਡੇ ਕੋਲ ਆਇਆ, ਅਸੀਂ ਇਹਨਾਂ ਨੂੰ ਸਰਕਾਰ ਨੂੰ ਫਾਰਵਰਡ ਕਰਾਂਗੇ ਤੇ ਜਿਹੜੀ ਕਿ ਅਗਲੀ ਬਣਦੀ ਲੋੜੀਂਦੀ ਕਾਰਵਾਈ ਉੱਤੇ ਕੀਤੀ ਜਾਵੇਗੀ। ਅੰਮ੍ਰਿਤਸਰ ਤੋਂ ਸਨੀ ਹਟਵਾਲ ਦੀ ਰਿਪੋਰਟ।